ਸ਼੍ਰੀ ਅਕਾਲ ਬੱਚਿਓ। ਅਸੀਂ ਚੈਪਟਰ ਕਰ ਰਹੇ ਸੀ ਆਰ ਐਨਵਾਇਰਨਮੈਂਟ, ਸਾਡਾ ਆਲਾ ਦੁਆਲਾ ਵਾਤਾਵਰਨ। ਤੇ ਉਹਦੇ 'ਚ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਨਿਊਟ੍ਰੀਸ਼ਨ ਦੇ ਮੁਤਾਬਿਕ, ਮੋਡ ਆਫ ਨਿਊਟ੍ਰੀਸ਼ਨ ਮੁਤਾਬਿਕ ਅਸੀਂ ਪੜ੍ਹਿਆ ਸੀਗਾ ਅਬਾਊਟ ਆਟੋਟ੍ਰੋਫਸ, ਹੀਟੋਟ੍ਰੋਫਸ, ਜਿਹੜਾ ਆਪਣੇ ਖਾਣਾ ਆਪ ਬਣਾ ਸਕਦੇ ਆ, ਜਿਹੜਾ ਆਟੋਟ੍ਰੋਫਸ 'ਤੇ ਡਿਪੈਂਡ ਕਰਦੇ ਆ, ਫਿਰ ਉਹਨਾਂ ਦੇ ਵੀ ਡਿਫਰੈਂਟ ਟਾਈਪਸ। ਇਸੇ ਤਰ੍ਹਾਂ ਅਸੀਂ ਪੜ੍ਹਿਆ ਸੀ ਡਿਕੰਪੋਜ਼ਰਸ ਦੇ ਬਾਰੇ ਵੀ, ਜਿਹੜੇ ਸੂਖਸ਼ਮ ਜੀਵ ਜਿਹੜੇ ਕਿ ਡੀਕੰਪੋਜ਼ ਕਰ ਦਿੰਦੇ ਆ ਆਰਗੈਨਿਕ ਮੈਟਰ ਨੂੰ, ਫਿਰ ਉਹ ਵਾਪਸ ਆਪਣੇ ਆਪਣੇ ਪੂਲ 'ਚ ਚਲੇ ਜਾਂਦੇ ਆ, ਹਵਾ 'ਚ, ਮਿੱਟੀ 'ਚ, ਪਾਣੀ 'ਚ, ਜਿੱਥੋਂ ਜਿੱਥੋਂ ਐਲੀਮੈਂਟਸ ਆਏ ਹੁੰਦੇ ਵਾਪਸ ਉਹਨਾਂ ਨੂੰ ਭੇਜ ਦਿੰਦੇ ਆ ਅਤੇ ਉਹਨਾਂ ਡੀਕੰਪੋਜੀਸ਼ਨ ਹੋ ਜਾਂਦੀ ਹੈ। ਅਤੇ ਅੱਜ ਅਸੀਂ ਪੜ੍ਹਨਾ ਜਿਹੜਾ ਟੋਪਿਕ ਉਹ ਹੈ ਫੂਡ ਚੇਨ। ਫੂਡ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੈ, ਖਾਣਾ। ਅਤੇ ਚੇਨ ਤੋਂ ਤੁਹਾਨੂੰ ਸਮਝ ਲੱਗ ਗਈ ਹੋਏਗੀ ਕਿ ਕੀ ਹੁੰਦਾ ਕਿ ਇੱਕ ਚੀਜ਼ ਦੂਸਰੇ ਨੂੰ ਜਦੋਂ ਖਾਂਦੇ ਹੈ, ਇੱਕ ਆਰਗੈਨਿਜ਼ਮ ਤੋਂ ਦੂਸਰਾ ਆਰਗੈਨਿਜ਼ਮ ਜਦੋਂ ਡਿਪੈਂਡ ਕਰਦਾ ਹੈ in the to get the energy in the form of food, ਉਹਨੂੰ ਕਹਿ ਦਿੰਦੇ ਅਸੀਂ ਫੂਡ ਚੇਨ। ਅਤੇ ਇਹਦਾ ਮਤਲਬ ਕਿ ਸਪੋਜ਼ ਕਰੋ ਕਿ ਆਟੋਟ੍ਰੋਫ ਸਭ ਤੋਂ ਪਹਿਲਾਂ ਲੈਵਲ ਆ ਜਾਏਗਾ ਆਟੋਟ੍ਰੋਫ ਦਾ। ਉਹਦੇ 'ਚ ਅਸੀਂ ਲੈ ਲੈਂਦੇ ਹਾਂ ਗਰਾਸ, ਘਾਹ ਜਿਹਨੂੰ ਕਹਿ ਸਕਦੇ ਹਾਂ, ਕੋਈ ਵੀ ਪੇੜ ਪੌਦਾ ਉਹਦੇ 'ਚ ਆ ਜਾਂਦਾ। ਇਹਨੂੰ ਹੁਣ ਖਾ ਸਕਦੇ ਹੈ ਕੋਈ ਵੀ ਇਨਸੈਕਟ, ਛੋਟਾ ਮੋਟਾ ਕੀੜਾ, ਜੈਸੇ ਗਰਾਸ ਹਾਪਰ ਵਗੈਰਾ ਤੁਸੀਂ ਦੇਖਿਆ ਹੀ ਹੋਣਾ। ਔਰ ਇਸ ਇਨਸੈਕਟ ਨੂੰ ਫਰਦਰ ਕੋਈ ਵੀ ਬਰਡ ਖਾ ਸਕਦਾ, ਜਿਸ ਤਰ੍ਹਾਂ ਕਿ ਕ੍ਰੋ ਹੀ ਖਾ ਲੇਗਾ। ਹੁਣ ਤੁਸੀਂ ਦੇਖਿਆ ਕਿ ਗਰਾਸ ਜਿਹੜੀ ਚੀਜ਼ ਹੈ ਨਾ, ਜਿਹੜੇ ਆਟੋਟ੍ਰੋਫ ਹੈ, ਜਿਹੜਾ ਆਪਣਾ ਖਾਣਾ ਫੋਟੋਸਿੰਥੇਸਿਸ ਨਾਲ ਖੁਦ ਬਣਾ ਸਕਦੇ ਹੈ ਇਨ ਦ ਪ੍ਰੈਜ਼ੈਂਸ ਆਫ ਸਨਲਾਈਟ ਐਂਡ ਕਲੋਰੋਫਿਲ, ਕਾਰਬਨ ਡਾਈਆਕਸਾਈਡ, ਤੁਸੀਂ ਪੜ੍ਹਿਆ ਹੋਇਆ ਫੋਟੋਸਿੰਥੇਸਿਸ ਨਾਲ। ਉਹ ਇਹਦੇ 'ਚ ਜਦੋਂ ਐਨਰਜੀ ਸਟੋਰ ਹੋ ਗਈ, ਇਹਨੂੰ ਕੌਣ ਖਾਏਗਾ? ਇਨਸੈਕਟ। ਖਾ ਹੋਰ ਵੀ ਬੜੇ ਜਣੇ ਸਕਦੇ ਅਸੀਂ, ਲੇਕਿਨ ਇੱਕ ਫੂਡ ਚੇਨ ਅਸੀਂ ਪਕੜ ਲਈ ਹੈ ਵਾਲੀ ਛੋਟੀ ਜਿਹੀ। ਇਨਸੈਕਟ, ਕੋਈ ਕੀੜਾ ਮਕੌੜਾ ਜਦੋਂ ਇਹਨੂੰ ਖਾ ਲੇਗਾ, ਉਹ ਐਨਰਜੀ ਇਨ ਦਾ ਫਾਰਮ ਆਫ ਫੂਡ ਇਸ ਇਨਸੈਕਟ ਵਿੱਚ ਆ ਗਈ ਫਰੋਮ ਦਾ ਗਰਾਸ। ਹੁਣ ਇਸ ਇਨਸੈਕਟ ਨੂੰ ਕੋਈ ਵੀ ਪਕਸ਼ੀ ਖਾ ਸਕਦਾ ਹੈ, ਚਿੜੀਆ ਖਾ ਲੇਗੀ, ਕ੍ਰੋ ਖਾ ਲੇਗਾ, ਕਟਫੋੜਵਾ, ਕੋਈ ਵੀ ਐਸਾ ਦਾ ਪਕਸ਼ੀ ਜਾਂ ਜਾਨਵਰ ਕੋਈ ਖਾ ਲੇਗਾ। ਅਤੇ ਇਹਦਾ ਮਤਲਬ ਇਸ ਲੈਵਲ ਤੋਂ ਇੱਥੇ ਐਨਰਜੀ ਟਰਾਂਸਫਰ ਹੋ ਗਈ। ਇਸ ਸੀਕੁਐਂਸ਼ੀਅਲ ਫਲੋ ਆਫ ਐਨਰਜੀ, ਸੀਕੁਐਂਸ਼ੀਅਲ ਮਤਲਬ ਇੱਕ ਸੀਕੁਐਂਸ ਦੇ ਵਿੱਚ ਜਦੋਂ ਐਨਰਜੀ ਫਲੋ ਕਰਦੀ ਹੈ ਨਾ, ਸੀਕੁਐਂਸ਼ੀਅਲ ਫਲੋ ਆਫ ਐਨਰਜੀ from one organism to another in the form of food। ਹੁਣ ਊਰਜਾ ਕਿਹੜੀ ਫਾਰਮ 'ਚ ਜਾਏਗੀ ਸਾਨੂੰ? in the form of food। ਉਹ ਸੀਕੁਐਂਸ਼ੀਅਲ ਫਲੋ ਨੂੰ ਅਸੀਂ ਕੀ ਕਹਿੰਦੇ ਆ? ਫੂਡ ਚੇਨ। ਇੱਕ ਛੋਟੀ ਜਿਹੀ ਫੂਡ ਚੇਨ ਹੈ ਜਿਹੜੀ ਅਸੀਂ ਕਾਮਨਲੀ ਅਸੀਂ ਦੇਖ ਸਕਦੇ ਹਾਂ ਆਪਣੇ ਆਸ-ਪਾਸ, ਕਿ ਗਰਾਸ ਤੋਂ ਇਨਸੈਕਟ, ਇਨਸੈਕਟ ਤੋਂ ਫਿਰ ਕ੍ਰੋਚ ਐਨਰਜੀ ਜਾਂਦੀ ਹੈ ਇਨ ਦਾ ਫਾਰਮ ਆਫ ਫੂਡ। ਹੁਣ ਇਹ ਸੀਕੁਐਂਸ਼ੀਅਲ ਫਲੋ ਹੈ ਜਿਹੜਾ ਇੱਕ ਸੀਕੁਐਂਸ ਦੇ ਵਿੱਚ, ਇੱਕ ਤਰਤੀਬ ਦੇ ਵਿੱਚ ਜਾਂਦਾ, ਇਹ ਯੂਨੀਡਾਇਰੈਕਸ਼ਨਲ ਵੀ ਹੈ। ਯੂਨੀਡਾਇਰੈਕਸ਼ਨਲ ਮੀਨਸ ਇੱਥੋਂ ਦੀ ਐਨਰਜੀ ਜੇ ਇੱਕ ਵਾਰੀ ਚਲੀ ਗਈ, ਇੱਥੋਂ ਵਾਪਸ ਨਹੀਂ ਆਏਗੀ, ਇੱਥੋਂ ਵਾਪਸ ਨਹੀਂ ਇਹਦੇ ਕੋਲ ਆਏਗੀ। ਇਹ ਐਨਰਜੀ ਯੂਨੀਡਾਇਰੈਕਸ਼ਨਲ ਹੈ, ਮਤਲਬ ਇੱਕ ਡਾਇਰੈਕਸ਼ਨ 'ਚ ਹੀ ਜਾਏਗੀ ਫਰੋਮ ਲੈਫਟ ਟੂ ਰਾਈਟ। ਜੇ ਅਸੀਂ ਇਹਨੂੰ ਇਕੁਏਸ਼ਨ ਫਾਰਮ 'ਚ ਲਿਖੀਏ ਤੇ ਇੱਕ ਯੂਨੀਡਾਇਰੈਕਸ਼ਨਲ। ਹੁਣ ਜੇ ਗਰਾਸ ਨੇ ਐਨਰਜੀ ਕੰਜ਼ਿਊਮ ਕੀਤੀ ਫਰੋਮ ਦਾ ਸਨ ਲਾਈਟ, ਫਰੋਮ ਦਾ ਸਨ, ਗਰਾਸ ਜੇ ਡੀਕੰਪੋਜ਼ ਹੋ ਵੀ ਜਾਏਗਾ, ਇਹਦੇ ਤੋਂ ਉਹੀ ਐਨਰਜੀ ਵਾਪਸ ਸਨ ਦੇ ਕੋਲ ਨਹੀਂ ਜਾਏਗੀ। ਹਾਂ, ਇਹ ਡੀਕੰਪੋਜ਼ ਹੋ ਕੇ ਜਾਂ ਇਹਨੂੰ ਜੇ ਗਰਾਸ ਨੂੰ ਇਨਸੈਕਟ ਖਾਏਗਾ ਤਾਂ ਐਨਰਜੀ ਫਰਦਰ ਫਲੋ ਕਰ ਜਾਏਗੀ। ਸੋ ਇਹਦੇ ਬਾਰੇ ਫੂਡ ਚੇਨ ਦੇ ਬਾਰੇ। ਹੁਣ ਇਸੇ ਤਰ੍ਹਾਂ ਅਸੀਂ ਇੱਕ ਫੂਡ ਚੇਨ ਅਸੀਂ ਪੜ੍ਹ ਸਕਦੇ ਹਾਂ ਐਕੁਐਟਿਕ ਲਾਈਫ ਦੇ ਵਿੱਚ। ਚਾਹੇ ਦੇਖ ਲਈਏ ਜਿਸ ਤਰ੍ਹਾਂ ਕਿ ਐਲਗੀ ਹੈ, ਕਾਈ ਵਗੈਰਾ ਉੱਗ ਜਾਂਦੀ ਨਾ ਪਾਣੀ ਵਗੈਰਾ ਦੇ ਵਿੱਚ। ਹੁਣ ਐਲਗੀ ਨੂੰ ਅਗਰ ਉੱਥੇ ਉਸ ਪਾਣੀ ਦੇ ਵਿੱਚ ਕੀ ਉੱਗ ਸਕਦਾ ਹੋਰ? ਮੋਸਕੀਟੋ ਲਾਵਾ ਵਗੈਰਾ ਵੀ ਹੋ ਸਕਦੇ ਉੱਥੇ, ਉਹ ਇਹਨੂੰ ਖਾ ਸਕਦੇ ਆ। ਅਤੇ ਲਾਵਾ ਵਗੈਰਾ, ਚਾਹੇ ਫਰੋਗ ਵਗੈਰਾ ਦਾ ਵੀ ਲਾਵਾ ਵਗੈਰਾ ਉੱਥੇ ਹੋ ਸਕਦੇ ਆ। ਉਹ ਜਦੋਂ ਇਹਨਾਂ ਨੂੰ ਕੰਜ਼ਿਊਮ ਕਰਨਗੇ ਤਾਂ ਇੱਕ ਸਮੋਲ ਫਿਸ਼ ਇਹਨਾਂ ਨੂੰ ਖਾ ਲੇਗੀ ਇਨ ਦਾ ਫਾਰਮ ਆਫ ਫੂਡ। ਹੁਣ ਉਹ ਸਮੋਲ ਫਿਸ਼ ਨੂੰ ਫਰਦਰ ਕੌਣ ਹੈ? ਬਿਗ ਫਿਸ਼ ਵੀ ਖਾ ਸਕਦੀ ਹੈ। ਅਤੇ ਇਹ ਇੱਕ ਐਕੁਐਟਿਕ ਲਾਈਫ ਦੇ ਵਿੱਚ ਇੱਕ ਫੂਡ ਚੇਨ ਹੈ। ਇਸੇ ਤਰ੍ਹਾਂ ਸਮੋਲ ਫਿਸ਼ ਤੋਂ ਫਿਰ ਇਹ ਬਿਗ ਫਿਸ਼ ਚਲਾ ਜਾਏਗਾ, ਮਤਲਬ ਕੋਈ ਵੱਡੀ ਮੱਛਲੀ ਛੋਟੀ ਮੱਛਲੀ ਨੂੰ ਖਾ ਜਾਏਗੀ। ਅਤੇ ਇਸ ਤਰ੍ਹਾਂ ਇਹ ਵਾਲੀ ਤੁਹਾਨੂੰ ਫੂਡ ਚੇਨ ਕਿੱਥੇ ਮਿਲ ਜਾਏਗੀ? ਕਿਸੇ ਵੀ ਪੌਂਡ 'ਚ, ਛੋਟੀ ਜਿਹੀ ਰੀਵਰ 'ਚ, ਇਸ ਜਗ੍ਹਾ 'ਤੇ ਤੁਹਾਨੂੰ ਸਿੰਪਲੀ ਇੱਕ ਫੂਡ ਚੇਨ ਮਿਲ ਜਾਏਗੀ, ਐਕੁਐਟਿਕ ਫੂਡ ਚੇਨ। ਇਸੇ ਤਰ੍ਹਾਂ ਕਈ ਫੂਡ ਚੇਨ ਹੈ ਜਿਹੜੇ ਸਾਡੇ ਈਕੋਸਿਸਟਮ 'ਚ ਚੱਲਦੇ ਰਹਿੰਦੇ ਹੈ। ਜਿਸ ਤਰ੍ਹਾਂ ਹੁਣ ਗਰਾਸ ਨੂੰ ਜੇ ਇਨਸੈਕਟ ਨੇ ਖਾ ਲਿਆ, ਜਾਂ ਗਰਾਸ ਨੂੰ ਤਾਂ ਗੋਟ ਵੀ ਤਾਂ ਖਾ ਸਕਦੀ ਹੈ। ਗੋਟ ਵਗੈਰਾ ਅਸੀਂ ਛੱਡਦੇ ਹਾਂ, ਕੋਈ ਵੀ ਹਰਬੀਵੋਰ ਐਨੀਮਲ ਹੈ, ਕਾਓ ਵੀ ਅਸੀਂ ਕਹਿ ਦਈਏ, ਅਤੇ ਗੋਟ ਵੀ ਹੈ। ਜੇ ਇਹਨੂੰ ਗੋਟ ਖਾ ਲੇਗੀ ਤਾਂ ਗੋਟ ਨੂੰ ਫਰਦਰ ਲਾਇਨ ਖਾ ਸਕਦਾ, ਅਤੇ ਇਹ ਇੱਕ ਹੋਰ ਫੂਡ ਚੇਨ ਬਣ ਸਕਦੀ ਹੈ। ਇਸੇ ਤਰ੍ਹਾਂ ਗੋਟ ਨੂੰ ਮੈਨ ਵੀ ਖਾ ਸਕਦਾ।
है ना, बकरा मार के खा जाओ। तो इस तरह एक ग्रास तो गोट, गोट तो लायन, या ये कोल ऑप्शन आ गई कि मैन खा सकता है। इस तरह जो कोई डेड एनीमल वगैरह कोई पिया तो वल्चर वगैरह भी उन्होंने खा सकते हैं। तो कई मतलब एक चीज़ ਨੂੰ एक लैवल ਨੂੰ दूसरे ऑर्गेनिज्म मतलब ऑप्शन हो सकती कि यह नहीं तो यह खा सकता है। तो इस तरह फूड चेन जी एक दूसरे पर डिपेंडेंट होंगी है। कई फूड चेन एक दूसरे नाल की करते हैं, इंटरलिंक कर जाते हैं, तो वह साढ़े कोल एक जाल जा बन जाता है, उन्होंने कह देंगे फूड वैब। हुण असीं पढ़ते हैं फूड वैब के बारे। असीं देखिए कि एक लैवल ते प्लांट्स है, मतलब कि ऑटोट्रॉफ्स, इन्हों कौन कौन खा सकता है? इनू कोई भी बीटल वगैरह, कोई भी इंसैक्ट खा सकता है, ठीक है। इस प्लांट्स नू कोई हर्बीवोर एनीमल भी खा सकता है, जैसा गोट ही हो गई चाहे। तो इनू इसे प्लांट्स नू असीं देखिए तो इन्हों माइस भी खा सकता है, चूहे वगैरह, ठीक है। इसे प्लांट नू असीं देखिए तो कोई भी बर्ड भी खा सकता है, जिहड़ा कि सीड ईटिंग बर्ड होंदे है। हुण इस इंसैक्ट नू कौन खा सकता फर्दर? कोई भी हॉक वगैरह, कोई ऐसा बड़ा बर्ड जैसा आ गया, सीधा भी वो खा सकता है। हुण गोट वगैरह नू जे कहा जाए तो लॉयन वगैरह भी खा गए जे, तो लॉयन जे मर मुर गया तो फिर उन्होंने हॉक फिर खा लेगी। ऐसा बर्ड नू भी तुहानूं पता ना, कई बार बर्ड उड़ते होंगे तो हॉक उन्होंने खा सकता है। हुण माइस नू कौन खा सकता? स्नेक। हुण स्नेक जिहड़ा है वो ए बर्ड नू भी स्नेक खा सकता है, या फिर स्नेक नू फिर हॉक खा सकती है। ये सारे आपस से देखो इंटरलिंक हो गया कि इनू ओ नहीं तो ओ, ते ओ नहीं तो ओ खा सकते हैं, ठीक है ना। हुण इस इंसैक्ट नू बर्ड भी खा सकती है। तो ये जिहड़ा है भोजन जाल बन गया, डिफरेंट चेन। हुण इहदे च किहड़ी चेन असीं कोई देखी सी? एक तो प्लांट सी, प्लांट्स नू कौन खा रहा है? इंसैक्ट। इंसैक्ट नू फर्दर कोई भी बर्ड खा सकता है ना, बर्ड नू फर्दर फिर हॉक खा सकती है। एक ये असीं देख सकते हैं। इस तरह प्लांट्स तो शुरू किया सी, प्लांट्स नू असीं जे एग्जाम्पल ले लिए, माइस खा सकता है, चूहा वगैरह, उन्होंने फिर कोई बर्ड खा सकता है, आउल वगैरह टाइप, फिर उन्होंने हॉक खा सकती है। इस तरह चाहे प्लांट्स असीं देखिए शुरू होया प्लांट्स तो, प्लांट्स नू खा गया कोई भी चूहा, माइस, उन्होंने कोई सप खा लेगा, स्नेक, और स्नेक नू फिर कोई हॉक, आउल, ऐसा का कोई भी खा सकता है। तो ऐसा 4-5 जड़े फूड चेन बनिया और एक दूसरे नाल इंटरलिंक है, और इनू असीं फिर की कहते हैं फूड वैब, भोजन जाल। तो फूड चेन और फूड वैब यही फर्क है कि फूड चेन एक सिंगल है, जिहदे च असीं एक लैवल दे उत्ते तुहानूं एक सीक्वेंशियल फ्लो दिखाने हैं फूड का, फ्रॉम वन ऑर्गेनिज्म टू अनदर। हुण फूड वैब दे विच की है कि ये जाल जा बन गया कि एक नूं दूसरा, दूसरे नूं तीसरा, या किसी तरह ऑप्शन डिफरेंट नाल ऑर्गेनिजम्स एक दूसरे नूं खा सकते हैं। तो इंटरलिंकिंग ऑफ फूड चेन्स, वेरीअस फूड चेन्स जब हो जाती है तो असीं उहनूं क्या कहते हैं? फूड वैब। हुण इस तो बाद तुसीं देखो कि एक प्लांट्स है ए लैवल, हुण ये जिहड़े है एनर्जी कित्थों लै रहे हैं? सन तो। और इनू असीं की पढ़िया सी, किहड़े टाइप के मतलब मोड ऑफ न्यूट्रीशन च आ जाते? ये ऑटोट्रॉफ्स आ जाते हैं। हुण ऑटोट्रॉफ्स अपना खाना खुद बना लेंदे, बाकी सारे ये ते डिपेंड करते हैं डायरैक्टली और इनडायरैक्टली। उन्होंने असीं की कहते हैं? असीं उन्होंने की कहते हैं? हेट्रोट्रॉफ। हेट्रोट्रॉफ चों जिहड़े सीधा प्लांट्स खांदे हैं उन्होंने तो असीं कह दिंदे हर्बीवोर्स। हर्बीवोर्स तो फिर जिहड़े इन्हां नूं कोई खांदे उन्होंने कह दिंदे असीं कार्नीवोर्स। कार्नीवोर्स नूं जिहड़े खाण वाले हुंदे उन्होंने असीं कहते हैं टॉप कार्नीवोर्स। तो असीं सारा पढ़ चुके हैं ना ऑलरेडी। हुण एनर्जी ਇਹਦਾ मतलब ऑटोट्रॉफ्स तो हर्बीवोर्स जा रही है, हर्बीवोर्स जो कार्नीवोर्स जाएगी, कार्नीवोर्स जो टॉप कार्नीवोर्स जाएगी, जे उस फूड चेन जो प्रेजेंट है। ये एक लैवल जिथे एक ऑर्गेनिज्म प्रेजेंट है और एनर्जी का फ्लो हो रहा है दूसरे ऑर्गेनिज्म, इनू असीं कहते हैं ट्रॉफिक लैवल। हुण असीं पढ़ांगे टर्म ट्रॉफिक लैवल। वट इज ट्रॉफिक लैवल? दिस इज a stage in a food chain where the flow of energy takes place from one organism to another. Trophic level असी की कह सकते हैं कि जिस तरह एक food chain असी पढ़ी, plants, insects, then to bird and then to hawk, तो ਇਹਦੇ ਵਿੱਚ ਅਸੀਂ ਕੀ ਦੇਖਿਆ कि एनर्जी का flow है जिहड़ा
ਪਲਾਂਟਸ ਤੋਂ ਇਨਸੈਕਟਸ ਵਿੱਚ ਹੋਇਆ, ਫਿਰ ਬਰਡਸ ਵਿੱਚ ਹੋਇਆ, ਫਿਰ ਹੌਕ 'ਚ ਹੋਇਆ ਇਨ ਦਾ ਫਾਰਮ ਆਫ ਫੂਡ। ਇਹ ਇੱਕ ਲੈਵਲ ਜਿਹਦੇ 'ਚ એનર્ਜੀ ਦਾ ਟ੍ਰਾਂਸਫਰ ਹੋ ਰਿਹਾ ਹੈ, ਉਹਦੇ 'ਚ ਆਰਗੇਨਿਜ਼ਮ ਜਿਹੜੇ ਪ੍ਰੈਜ਼ੈਂਟ ਉਹਨੂੰ ਅਸੀਂ ਕਹਿੰਦੇ ਟ੍ਰੋਫਿਕ ਲੈਵਲ। ਦ ਲੈਵਲ ਔਰ ਅ ਸਟੈਪ ਇਨ ਅ ਫੂਡ ਚੇਨ ਵੇਅਰ ਦ ਐਨਰਜੀ exchange or energy flow takes place from one organism to another। ਇੱਕ ਆਰਗੇਨਿਜ਼ਮ ਤੋਂ ਇੱਕ ਜੀਵ ਚੋਂ ਦੂਸਰੇ ਜੀਵ 'ਚ ਤੋਂ ਐਨਰਜੀ ਟ੍ਰਾਂਸਫਰ ਹੁੰਦੀ ਹੈ, ਉਸ ਲੈਵਲ ਨੂੰ ਅਸੀਂ ਕੀ ਕਹਿੰਦੇ ਟ੍ਰੋਫਿਕ ਲੈਵਲ। ਤੇ ਦੇਖਿਆ ਜਾਏ ਤਾਂ ਸਭ ਤੋਂ ਪਹਿਲਾਂ ਟ੍ਰੋਫਿਕ ਲੈਵਲ ਕਿਹਦਾ ਹੈਗਾ? ਆਟੋਟ੍ਰੋਫ ਦਾ। ਆਟੋਟ੍ਰੋਫ ਮੀਨ ਜਿਹੜਾ ਆਪਣਾ ਖਾਣਾ ਖੁਦ ਬਣਾ ਲੈਂਦੇ ਹੈ। ਤੇ ਆਟੋਟ੍ਰੋਫ ਤੋਂ ਬਾਅਦ ਜਨਰਲਾਈਜ਼ ਕਰੀਏ ਤਾਂ ਕੀ ਆ ਜਾਂਦਾ? ਹਰਬੀਵੋਰਸ। ਜਿਹੜਾ ਕੀ ਆਉਂਦੇ ਆਟੋਟ੍ਰੋਫ ਤੋਂ ਬਾਅਦ ਹੈਟਰੋਟ੍ਰੋਫ ਆਉਂਦਾ ਤਾਂ ਹਰਬੀਵੋਰਸ ਆ ਗਏ ਇਹਦੇ 'ਚ। ਹਰਬੀਵੋਰਸ ਤੋਂ ਬਾਅਦ ਕੀ ਆ ਗਿਆ? ਕਾਰਨੀਵੋਰਸ। ਕਿਉਂਕਿ ਸਪੇਸ ਥੋੜੀ ਘੱਟ ਹੈ ਤੇ ਇਸ ਲਈ ਮੈਨੂੰ ਨੀਚੇ ਕਰਕੇ ਲਿਖ ਰਹੀ ਹਾਂ, ਅਦਰਵਾਈਜ਼ ਇਹ ਸਿੰਗਲ ਚੇਨ 'ਚ ਜਾਣਾ ਚਾਹੀਦਾ। ਕਾਰਨੀਵੋਰਸ ਤੋਂ ਬਾਅਦ ਕੀ ਆ ਗਿਆ? ਟੌਪ ਕਾਰਨੀਵੋਰਸ। ਐਗਜ਼ਾਮਪਲ ਅਸੀਂ ਲੈ ਲੈਂਦੇ ਹਾਂ, ਗ੍ਰਾਸ, ਗੋਟ, ਲਾਇਨ। ਤੇ ਲਾਇਨ ਜੇ ਮਰ ਜਾਂਦਾ ਤਾਂ ਹੌਕ, ਵਲਚਰ ਵਗੈਰਾ ਉਹਨਾਂ ਨੂੰ ਜਿਹੜੇ ਖਾ ਜਾਣਗੇ, ਉਹ ਕੀ ਆਉਂਦੇ ਟੌਪ ਕਾਰਨੀਵੋਰਸ ਵਿੱਚ। ਹੁਣ ਇਹਦੇ ਵਿੱਚ ਹੀ ਅਸੀਂ ਇਹਨੂੰ ਜੇ ਅਸੀਂ ਸ਼ੋਅ ਕਰਨਾ ਚਾਹੀਏ ਤਾਂ ਕਿਸ ਤਰ੍ਹਾਂ ਸ਼ੋਅ ਕਰ ਸਕਦੇ ਹਾਂ? ਅਸੀਂ ਇਹਨੂੰ ਇਸ ਤਰ੍ਹਾਂ ਵੀ ਬਣਾ ਕੇ ਦਿਖਾ ਸਕਦੇ ਹਾਂ ਕਿ ਇੱਕ ਸਕੁਏਅਰ ਜਿਹੜਾ ਹੈ ਇਹ ਕਿਹਦਾ ਆ ਗਿਆ? ਪ੍ਰੋਡਿਊਸਰ ਦਾ। ਫਿਰ ਇੱਕ ਆ ਗਿਆ ਹਰਬੀਵੋਰਸ ਦਾ। ਫਿਰ ਉਸ ਤੋਂ ਬਾਅਦ ਆ ਗਿਆ ਕਾਰਨੀਵੋਰਸ। फिर आ गया टॉप कार्निवोर्स। ਹੁਣ ਮੈਂ ਇਸ ਤਰ੍ਹਾਂ ਕਿਉਂ ਦਿਖਾਇਆ ਹੈ? ਇਹ ਇੱਕ ਅਸੀਂ ਇਹਨੂੰ ਪਿਰਾਮਿਡ ਦੀ ਸ਼ੇਪ 'ਚ ਵੀ ਦਿਖਾ ਸਕਦੇ ਹਾਂ ਕਿ ਜਿਹੜਾ ਨੀਚੋਂ ਬ੍ਰੌਡ ਹੈ ਫਿਰ ਉੱਪਰ ਆ ਕੇ ਟ੍ਰਾਇੰਗਲ ਫਾਰਮ 'ਚ ਆਉਂਦਾ ਹੈ। ਤੁਹਾਨੂੰ ਦਿਖਿਆ ਜਾਏ ਅਗਰ ਇੱਕ ਪਿਰਾਮਿਡ, ਅਸੀਂ ਇਕੋਲੋਜੀਕਲ ਪਿਰਾਮਿਡ ਇਹਨੂੰ ਕਹਿੰਦੇ ਆ। ਇਕੋਲੋਜੀਕਲ ਪਿਰਾਮਿਡ ਮੀਨਸ ਅਸੀਂ ਜੇ ਅਸੀਂ ਇੱਕ ਪ੍ਰੋਡਿਊਸਰ ਦਾ ਨਾ ਨੰਬਰ ਵਾਈਜ਼ ਲਈਏ ਕਿ ਪੂਰੇ ਬਾਇਓਸਫੀਅਰ ਦੇ ਵਿੱਚ ਨੰਬਰ ਆਫ ਇੰਡੀਵਿਜੂਅਲਸ ਇੰਨਾ ਹੈ ਪ੍ਰੋਡਿਊਸਰ ਲੈਵਲ ਤੇ ਕਿੰਨੇ ਹੋਣਗੇ, ਤੇ ਵੀ ਵਿਲ ਗੈਟ ਇਟ ਦ ਮੈਕਸਿਮਮ ਨੰਬਰ ਆਫ ਪ੍ਰੋਡਿਊਸਰਸ। ਸਭ ਤੋਂ ਜ਼ਿਆਦਾ ਪ੍ਰੋਡਿਊਸਰਸ ਦਾ ਲੈਵਲ ਆਏਗਾ ਇਹਦਾ, ਮਤਲਬ ਗਿਣਤੀ ਜੇ ਅਸੀਂ ਕਰੀਏ ਕਿ ਇੰਡੀਵਿਜੂਅਲਸ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਪਲਾਂਟ ਦੀ ਗਿਣਤੀ ਕਰੀਏ ਤਾਂ ਸਭ ਤੋਂ ਜ਼ਿਆਦਾ ਗਿਣਤੀ ਕਿਹਦੀ ਆਏਗੀ? ਕਿਸ ਲੈਵਲ ਦੀ ਆਏਗੀ? ਪ੍ਰੋਡਿਊਸਰਸ ਦੇ ਲੈਵਲ ਦੀ। ਉਸ ਤੋਂ ਬਾਅਦ ਅਸੀਂ ਜੇ ਗਿਣਤੀ ਕਰੀਏ ਹਰਬੀਵੋਰਸ ਦੀ, ਗੋਟ, ਕਾਓ, ਬਫਲੋ, ਇਸ ਤਰ੍ਹਾਂ ਦੇ ਸਾਰੇ ਜਾਨਵਰ ਜੇ ਅਸੀਂ ਕਾਊਂਟ ਕਰੀਏ ਤਾਂ ਉਹ ਇਹਦੇ ਤੋਂ ਥੋੜ੍ਹਾ ਜਿਹਾ ਘੱਟ ਜਾਣਗੇ। ਠੀਕ ਹੈ, ਹਰਬੀਵੋਰਸ ਇਹ ਆ ਗਿਆ ਤੁਹਾਡਾ ਪ੍ਰੋਡਿਊਸਰ, ਇਹ ਆ ਗਿਆ ਤੁਹਾਡਾ ਹਰਬੀਵੋਰਸ। ਇਸੇ ਤਰ੍ਹਾਂ ਜੇ ਅਸੀਂ ਗਿਣਤੀ ਕਰੀਏ ਤਾਂ ਕਾਰਨੀਵੋਰਸ ਆ ਜਾਂਦੇ ਆ, ਤਾਂ ਮਤਲਬ ਉਹਦਾ ਨੰਬਰ ਹੋਰ ਘਟ ਗਿਆ। ਔਰ ਟੌਪ ਕਾਰਨੀਵੋਰਸ ਦਾ ਤਾਂ ਸਭ ਤੋਂ ਜ਼ਿਆਦਾ ਘੱਟ। ਤਾਂ ਹੀ ਦੇਖਿਆ ਨਾ ਅਸੀਂ ਟੌਪ ਕਾਰਨੀਵੋਰਸ ਲਾਇਨ ਵਗੈਰਾ ਦੇ ਨੰਬਰ ਹੁੰਦੇ ਐਕਸਟਿੰਕਟ ਵਾਲੇ ਸਾਈਡ 'ਤੇ ਆ ਗਏ ਆ। ਠੀਕ ਹੈ ਨਾ, ਐਂਡੇਂਜਰਡ ਸਪੀਸ਼ੀਜ਼ ਜਿੰਨੇ ਵੀ ਹੁੰਦੇ ਉਹ ਸਾਰੇ ਟੌਪ ਕਾਰਨੀਵੋਰਸ ਵਗੈਰਾ ਦੇ ਵਿੱਚ ਆ ਜਾਂਦੇ, ਅਤੇ ਉਹਨਾਂ ਦਾ ਨੰਬਰ ਜਿਹੜਾ ਹੈ ਇੰਡੀਵਿਜੂਅਲਸ ਦਾ ਘਟਦਾ ਜਾਂਦਾ ਹੈ। ਹੁਣ ਜੇ ਅਸੀਂ ਇਹਨਾਂ ਨੂੰ ਕਹੀਏ ਇਹ ਆ ਗਿਆ ਸਾਡੇ ਕੋਲ ਪਿਰਾਮਿਡ ਆਫ ਨੰਬਰ, ਇੱਕ ਆ ਗਿਆ ਦਾ ਐਗਜ਼ਾਮਪਲ ਆਫ ਨੰਬਰ। ਨੰਬਰ ਦੇ ਵਿੱਚ ਅਸੀਂ ਇੰਡੀਵਿਜੂਅਲਸ ਦਾ ਨੰਬਰ ਲੈ ਕੇ ਜੇ ਅਸੀਂ ਪਿਰਾਮਿਡ ਬਣਾਈਏ ਤਾਂ ਇਸ ਟਾਈਪ ਦਾ ਬਣ ਜਾਂਦਾ। ਇਸੇ ਤਰ੍ਹਾਂ ਜੇ ਅਸੀਂ ਦੇਖੀਏ ਕਿ ਇੰਡੀਵਿਜੂਅਲ ਦਾ ਨੰਬਰ ਜੇ ਜ਼ਿਆਦਾ ਹੈ ਤਾਂ ਉਹਦੇ ਅੰਦਰ ਬਾਇਓਮਾਸ ਵੀ ਜ਼ਿਆਦਾ ਹੈ, ਉਹ ਬਾਇਓ ਕੰਟੈਂਟ ਵੀ ਜ਼ਿਆਦਾ ਹੈ, ਅਤੇ ਉਹ ਇਸੇ ਕਰਕੇ ਉਹਦਾ ਇਕੋਲੋਜੀ ਪਿਰਾਮਿਡ ਉਸ ਤਰ੍ਹਾਂ ਦਾ ਹੀ ਬਣੇਗਾ। ਲੇਕਿਨ ਉਹਦਾ ਨਾਮ ਕੀ ਹੋ ਜਾਏਗਾ? ਇਕੋਲੋਜੀਕਲ ਪਿਰਾਮਿਡ ਆਫ ਬਾਇਓਮਾਸ। ਕਿਉਂਕਿ ਬਾਇਓਮਾਸ ਮੀਨਸ ਕੰਟੈਂਟ present in a living body of a individual। ਤੇ ਹੁਣ ਜੇ ਪ੍ਰੋਡਿਊਸਰਸ ਦਾ ਨੰਬਰ ਜ਼ਿਆਦਾ ਹੈ, ਪੇੜ ਪੌਦੇ ਨੰਬਰ ਜ਼ਿਆਦਾ ਹੈ, ਤਾਦਾਦ ਜ਼ਿਆਦਾ ਹੈ, ਗਿਣਤੀ ਜ਼ਿਆਦਾ ਹੈ, ਤੇ ਉਹਨਾਂ ਦੇ ਇੰਡੀਵਿਜੂਅਲ ਦੇ ਅੰਦਰ ਬਾਇਓਮਾਸ ਦਾ ਅਮਾਊਂਟ ਵੀ ਜ਼ਿਆਦਾ ਹੈ। ਹਰਬੀਵੋਰਸ ਵਿੱਚ ਉਹਦੇ ਨਾਲੋਂ ਘੱਟ, ਕਾਰਨੀਵੋਰਸ ਉਸ ਦੇ ਨਾਲੋਂ ਵੀ ਘੱਟ, ਤੇ ਟੌਪ ਕਾਰਨੀਵੋਰਸ ਵਿੱਚ ਉਸ ਤੋਂ ਵੀ ਘੱਟ ਜਾਏਗਾ ਬਾਇਓਮਾਸ, ਕਿਉਂਕਿ ਨੰਬਰ ਘੱਟ ਹੈ। ਇਸੇ ਤਰ੍ਹਾਂ ਜੇ ਅਸੀਂ ਦੇਖਿਆ ਜਾਏ ਤਾਂ ਐਨਰਜੀ ਦਾ ਵੀ ਆ ਜਾਂਦਾ ਇਕੋਲੋਜੀਕਲ ਪਿਰਾਮਿਡ। तो थर्ड टाइप की जी है इकोलॉजिकल पिरामिड केड़ा आ गया? एनर्जी का। तो जे प्रोड्यूसर्स का नंबर ज़्यादा है तो इट विल गिव यू मोर एनर्जी टू द नैक्सट लैवल। फिर हर्बीवोर्स उस तो घट एनर्जी, फिर कार्निवोर्स, दैन टॉप कार्निवोर्स। तो एज यू गो फ्रॉम लैफ्ट टू राइट साइड यू विल सी दैट कि एनर्जी का अमाउंट भी घटी जाता है।
ਇੱਕ ਲੈਵਲ ਤੋਂ ਦੂਸਰੇ 'ਚ, ਦੂਸਰੇ 'ਚੋਂ ਤੀਸਰੇ। ਉਹਨਾਂ ਦਾ ਬਾਇਓਮਾਸ ਵੀ ਘਟਦਾ ਹੈ ਕਿਉਂਕਿ ਉਹਨਾਂ ਦਾ ਨੰਬਰ ਆਫ ਇੰਡੀਵਿਜੂਅਲਸ ਵੀ ਘਟੀ ਜਾਂਦੇ ਆ। ਤੇ ਇਸ ਕਰਕੇ ਨਾ ਇੱਕ ਇਕੋਲੋਜੀ, ਇੱਕ ਫੂਡ ਤੇ ਚੇਨ ਦੇ ਵਿੱਚ ਨਾ ਟ੍ਰੋਫਿਕ ਲੈਵਲਸ ਦਾ ਨੰਬਰ ਥੋੜਾ ਜਿਹਾ ਫਿਕਸ ਹੋਣਾ ਚਾਹੀਦਾ ਹੈ। ਇਹ ਨਹੀਂ ਕਿ 7-8 ਤੁਸੀਂ ਬਣਾ ਦਿਓ ਤੇ ਮੀਨਸ ਫੂਡ ਚੇਨ ਸਕਸੈਸਫੁਲ ਹੋਏਗੀ। ਨੋ, ਇੱਕ ਟਾਈਮ ਤੇ ਆ ਕੇ ਉਹਦਾ ਜਦੋਂ એનર્ਜੀ ਹੀ ਘਟ ਗਈ ਤੇ ਨੈਕਸਟ ਲੈਵਲ ਤੇ ਜਾ ਕੇ ਹੌਕ ਤੋਂ ਅੱਗੇ ਅਸੀਂ ਜੇ ਕੋਈ ਬਣਾ ਦਈਏ ਤਾਂ ਉਹਨੂੰ ਹੋਰ ਘੱਟ ਮਿਲੇਗੀ। ਹੁਣ ਇਹ ਕਿਸ ਰੂਲ ਤੇ ਡਿਪੈਂਡ ਕਰਦਾ ਹੈ એનર્ਜੀ ਦਾ ਫਲੋ ਫਰੋਮ ਵਨ ਆਰਗੇਨਿਜ਼ਮ ਟੂ ਅਨਦਰ, that is called 10% law। ਇੱਕ ਹੋਰ ਨਵੀਂ ਚੀਜ਼ ਆ ਗਈ ਇਹਦੇ 'ਚ, 10% law ਦੇ ਮੁਤਾਬਿਕ ਕੀ ਚੀਜ਼ ਹੈ ਕਿ ਹਰ ਆਰਗੇਨਿਜ਼ਮ ਦੇ ਮਤਲਬ ਜਦੋਂ ਫਰਦਰ એનર્ਜੀ ਜਾਣੀ ਹੈ ਨਾ, ਫਲੋ ਹੋਣੀ ਹੈ, ਸਿਰਫ 10% ਟੋਟਲ ਅਮਾਊਂਟ ਚੋਂ 10% ਹੀ ਫਰਦਰ ਫਲੋ ਹੋਣਾ ਹੈ, ਟ੍ਰਾਂਸਫਰ ਹੋਣੀ ਹੈ। 90% ਕਿੱਥੇ ਗਈ? 90% ਉਸ ਇੰਡੀਵਿਜੂਅਲ ਦੀ ਗਰੋਥ ਡਿਵੈਲਪਮੈਂਟ ਲਈ ਯੂਜ਼ ਹੋ ਜਾਂਦੀ ਹੈ, ਉਸ ਇੰਡੀਵਿਜੂਅਲ ਦੇ ਮੈਟਾਬੋਲਿਕ ਐਕਟੀਵਿਟੀਜ਼ ਲਈ। ਉਹਨੇ ਸਾਹ ਵੀ ਤਾਂ ਲੈਣਾ, ਉਹਨੇ ਰੈਸਪੀਰੇਸ਼ਨ ਵੀ ਤਾਂ ਕਰਨੀ ਹੈ, ਉਹਦੀ ਬਾਡੀ ਨੇ ਗਰੋ ਵੀ ਤਾਂ ਹੋਣਾ ਹੈ। ਉਹ ਖਾਣਾ ਕਿਉਂ ਖਾਂਦੇ ਅਸੀਂ ਆਪਣੀ ਗਰੋਥ ਐਂਡ ਡਿਵੈਲਪਮੈਂਟ ਲਈ। ਇਹ ਥੋੜਾ ਕਿ ਸਾਨੂੰ ਬਾਅਦ 'ਚ ਅਸੀਂ ਕਿਸੇ ਹੋਰ ਨੂੰ ਆਪਣੀ એનર્ਜੀ ਦੇਣੀ ਨਾ। ਸਾਡੀ 90% ਅਸੀਂ ਆਪਣੇ ਹੀ ਯੂਟੀਲਾਈਜੇਸ਼ਨ ਲਈ ਅਸੀਂ ਉਹਨੂੰ ਕੰਜ਼ਿਊਮ ਕਰਦੇ ਹਾਂ ਫੂਡ ਨੂੰ, ਔਰ 90% એનર્ਜੀ ਸਾਡੀ ਬਾਇਓਲੋਜੀਕਲ ਐਕਟੀਵਿਟੀਜ਼ ਲਈ, ਸਾਡੇ ਰੈਸਪੀਰੇਸ਼ਨ 'ਚ, ਸਾਡੇ ਤੁਸੀਂ ਕਹਿ ਲਓ ਕਿ ਐਕਸਕ੍ਰੀਸ਼ਨ ਵਗੈਰਾ 'ਚ, ਸਾਡੀ ਗਰੋਥ ਐਂਡ ਡਿਵੈਲਪਮੈਂਟ ਦੇ ਵਿੱਚ ਇੱਕ ਆਰਗੇਨਿਜ਼ਮ ਦੇ ਲਈ ਹੁੰਦੀ ਹੈ। ਜਿਹੜੀ 10% ਬਚਦੀ ਹੈ ਨਾ ਉਹਦੇ 'ਚੋਂ, ਉਹ ਸਿਰਫ ਨੈਕਸਟ ਲੈਵਲ 'ਤੇ ਜਾਂਦੀ ਹੈ। ਇਸੇ ਤਰ੍ਹਾਂ ਉਹਦੇ 'ਚੋਂ ਕੁਛ એનર્ਜੀ ਜਿਹੜੀ ਹੈ 90 ਦੇ ਵਿੱਚੋਂ ਹੀ ਕੁਛ એનર્ਜੀ এনवायरमेंट 'ਚ ਵੀ ਚਲੀ ਜਾਂਦੀ ਹੈ। এনवायरमेंट ਹੀਟ ਦੇ ਫਾਰਮ 'ਚ, ਉਹ এনवायरमेंट ਨੂੰ ਹੀ ਚਲੀ ਜਾਂਦੀ ਹੈ, ਉਹ ਵੇਸਟ ਹੋ ਜਾਂਦੀ ਟੋਟਲੀ। ਅਸੀਂ ਤਾਂ ਜਿਹੜੇ ਆਪਣੇ ਲਈ ਯੂਜ਼ ਕੀਤੀ ਸੋ ਕੀਤੀ, ਲੇਕਿਨ ਜਿਹੜੀ এনवायरमेंट ਵੇਲੇ ਕਮਿਊਨਿਟੀ ਹੀਟ ਦੀ ਫਾਰਮ ਚਲੀ ਗਈ, ਉਹ ਕੀ ਹੋ ਗਿਆ? ਵੇਸਟ। ਸਿਰਫ 10% ਫਰਦਰ। ਹੁਣ ਜੇ ਅਸੀਂ ਇਹਦੇ 'ਚੋਂ ਅਸੀਂ ਕਹੀਏ ਕਿ 100 ਜਾਊਲ ਇਹਦੇ ਕੋਲ એનર્ਜੀ ਸੀ, ਇਹਦਾ ਮਤਲਬ ਇਨਸੈਕਟਸ ਵਿੱਚ ਕਿੰਨੀ ਜਾਏਗੀ? ਇਨਸੈਕਟ ਦੇ ਵਿੱਚ ਸਿਰਫ 10% ਆਫ 100 ਲਗਾਓ ਤਾਂ ਕੀ ਬਣੇਗਾ? 10 ਜਾਊਲ ਸਿਰਫ। ਹੁਣ ਅਸੀਂ ਜੇ ਅਸੀਂ ਕਹੀਏ ਕਿ 10 ਜਾਊਲ, 10% ਆਫ 10 ਜਾਊਲ ਲਗਾਈਏ ਤਾਂ ਕੀ ਬਣਦਾ? 1 ਜਾਊਲ। 1 ਤੋਂ ਫਰਦਰ 0.1 ਜਾਊਲ। ਤੇ ਇਹ ਦੇਖੋ ਤੁਸੀਂ ਅਮਾਊਂਟ ਆਫ એનર્ਜੀ ਘਟੀ ਜਾ ਰਿਹਾ ਨਾ ਇਸ ਲੈਵਲ ਤੋਂ ਇਸ ਲੈਵਲ। ਹੁਣ ਜੇ ਹੌਕ ਨੂੰ ਫਰਦਰ ਕੋਈ ਖਾਏਗਾ ਤਾਂ ਉਹਦੇ ਕੋਲ ਕਿੰਨਾ 0.00 ਸਮਥਿੰਗ, ਤੇ ਇਹਦਾ ਮਤਲਬ ਕੋਈ ਲੈਵਲ ਉਹ એનર્ਜੀ ਤਾਂ ਬਚੀ ਨਹੀਂ। तो as you go from left to right in a food chain, amount of energy that is transferred from one organism to another goes on decreasing. किस rule दे accordingly? According to 10% law. क्योंकि 90% तो उन्हें वेस्ट भी कर दी, अपने लिए यूटिलाइज भी कर ली, अपनी ग्रोथ एंड डेवलपमेंट भी कर ली, सिर्फ 10% ही फर्दर जाती है। हुण इसी तरह जे असीं एग्जाम्पल सिंपल ले लीए, वेजिटेरियन फूड हैबिट एंड नॉन वेजिटेरियन। ਵੈਜੀਟੇਰੀਅਨ ਨॉन ਵੈਜੀਟੇਰੀਅਨ ਕਰਨ ਤੋਂ ਪਹਿਲੇ ਨਾ ਅਸੀਂ ਪਹਿਲੇ ਪੜ੍ਹਦੇ ਹਾਂ ਕਿ ਹਿਊਮਨ ਐਕਟੀਵਿਟੀਜ਼ ਦਾ ਸਾਡੇ ਜਿਹੜੀਆਂ ਗਤੀਵਿਧੀਆਂ, ਸਾਡੇ ਜਿਹੜੀਆਂ ਕਾਰਗੁਜ਼ਾਰੀਆਂ, ਉਹਦਾ ਇਫੈਕਟ ਕੀ ਹੁੰਦਾ ਕਿਸੇ ਫੂਡ ਚੇਨ ਦੇ ਉੱਤੇ, ਫਿਰ ਉਹਦਾ ਕੀ ਇੰਪੈਕਟ ਆਉਂਦਾ ਕਿਸੇ ਵੀ ਈਕੋਸਿਸਟਮ ਦੇ ਉੱਤੇ, ਔਰ ਫਾਈਨਲੀ ਬਾਇਓਸਫੀਅਰ 'ਤੇ। ਇੱਕ ਛੋਟੀ ਜਿਹੀ ਅਸੀਂ ਇੱਕ ਐਗਜ਼ਾਮਪਲ ਲੈ ਲੈਂਦੇ ਫੂਡ ਚੇਨ ਦੀ ਕਿ ਗ੍ਰਾਸ, ਔਰ ਗ੍ਰਾਸ ਨੂੰ ਕੌਣ ਖਾ ਸਕਦਾ? ਗੋਟ। ਔਰ ਗੋਟ ਨੂੰ ਲਾਇਨ। ਜੰਗਲ ਦੇ ਵਿੱਚ ਤਾਂ ਇਹੀ ਚੀਜ਼ ਚੱਲੇਗੀ ਨਾ, ਕਾਮਨ ਜੀ ਫੂਡ ਚੇਨ। ਹੁਣ ਸਪੋਜ਼ ਕਰੋ ਕਿ ਅਸੀਂ ਕੀ ਕਰ ਸਕਦੇ ਹਾਂ ਕਿ ਹਿਊਮਨ ਐਕਟੀਵਿਟੀਜ਼ ਦੇ ਨਾਲ ਕੀ ਹੋ ਗਿਆ ਕਿ ਸਪੋਜ਼ ਗੋਟ ਸਾਰੀ ਦੀ ਸਾਰੀ ਰਿਮੂਵ ਹੋ ਗਈ, ਠੀਕ ਹੈ, ਬੱਕਰੀਆਂ ਨੂੰ ਮਾਰ ਮਾਰ ਕੇ ਖਾ ਗਏ ਬੰਦੇ, ਤੇ ਕੀ ਰਹਿ ਗਿਆ ਤੁਹਾਡੇ ਕੋਲ? ਸਿਰਫ ਗ੍ਰਾਸ ਔਰ ਲਾਇਨ। ਲਾਇਨ ਤਾਂ ਗ੍ਰਾਸ ਨੂੰ ਖਾ ਹੀ ਨਹੀਂ ਸਕਦੀ, ਉੱਥੇ ਗ੍ਰਾਸ ਲੰਬੀ ਜੰਗਲ ਹੋਰ ਸਰਕੰਡਿਆਂ ਦਾ ਬਣ ਜਾਏਗਾ, ਲਾਇਨ ਵਿਚਾਰੇ ਭੁੱਖੇ ਦੇ ਭੁੱਖੇ ਮਰ ਜਾਣਗੇ, ਠੀਕ ਹੈ ਨਾ। ਤੇ ਇਹ ਤਾਂ ਵੈਸੇ ਐਕਸਟਿੰਕਟ ਐਂਡੇਂਜਰਡ ਸਪੀਸ਼ੀਜ਼ ਹੈ, ਬਿਲਕੁਲ ਐਕਸਟਿੰਕਟ ਹੋ ਜਾਣਗੇ। ਇੱਕ ਟਾਈਮ ਆਏਗਾ ਕਿ ਜਦੋਂ ਕੋਈ ਵੀ ਤੁਹਾਨੂੰ ਲਾਇਨ ਦਾ ਨਾਮ ਦਿਖੇਗਾ ਹੀ ਨਹੀਂ। ਕਦੋਂ? ਜੇ ਅਸੀਂ ਇਹਦੇ ਵਿੱਚੋਂ ਦੀ ਇੱਕ ਫੂਡ ਚੇਨ ਇੱਕ ਅਸੀਂ ਟ੍ਰੋਫਿਕ ਲੈਵਲ ਵੈਨਿਸ਼ ਕਰ ਦਈਏ। ਹੁਣ ਜੇ ਅਸੀਂ ਇਸੇ ਤਰ੍ਹਾਂ ਇਹ ਉਸ ਤੋਂ ਬਾਅਦ ਜੇ ਅਸੀਂ ਗੋਟ ਦੀ ਜਗ੍ਹਾ 'ਤੇ ਅਸੀਂ ਲਾਇਨ ਹੀ ਖਤਮ ਕਰ ਦਿੰਦੇ ਹਾਂ ਜਦੋਂ ਹੋ ਰਹੇ ਹੈ। ਹੁਣ ਅਸੀਂ ਕਹਾਂਗੇ ਅਸੀਂ ਲਾਇਨ ਕਿਉਂ ਬਚਾਉਂਦੇ ਹਾਂ, ਅਸੀਂ ਸ਼ੇਰ ਚੀਤੇ ਵਗੈਰਾ ਨੂੰ ਕਿਉਂ ਬਚਾ ਰਹੇ ਹਾਂ? ਬਚਾ ਕੇ ਕੀ ਮਿਲਣਾ ਸਾਨੂੰ? ਇਹਦਾ ਇੰਪੈਕਟ ਹੈ ਟ੍ਰੋਫਿਕ ਲੈਵਲ, ਇਕੋਲੋਜੀਕਲ ਬੈਲੈਂਸ ਇੱਕ ਟਰਮ ਤੁਸੀਂ ਪੜ੍ਹੀ ਹੋਏਗੀ, ਉਹਨੂੰ ਮੇਨਟੇਨ ਕਰਨ ਲਈ ਇਹ ਜ਼ਰੂਰੀ ਹੈ ਕਿ ਹਰ ਟ੍ਰੋਫਿਕ ਲੈਵਲ ਇਸ ਬਾਇਓਸਫੀਅਰ ਦੇ ਉੱਤੇ ਰਹੇ, ਨਹੀਂ ਤਾਂ ਸਾਰੀ ਪ੍ਰੋਬਲਮ ਆ ਜਾਏਗੀ। ਜਿਸ ਅਸੀਂ ਗੋਟ ਹਟਾ ਦਈਏ ਤਾਂ ਸਾਰੇ ਜੰਗਲ ਔਰ ਸ਼ੇਰ ਖਤਮ। ਹੁਣ ਜੇ ਅਸੀਂ ਸ਼ੇਰ ਹੀ ਖਤਮ ਕਰ ਦਿੱਤੇ ਔਰ ਗੋਟ ਔਰ ਗ੍ਰਾਸ ਰਹਿ ਗਈ ਤਾਂ ਕੀ ਹੋਏਗਾ? ਗ੍ਰਾਸ ਨੂੰ ਤਾਂ ਸਾਰੀ ਗੋਟ ਖਾ ਜਾਏਗੀ, ਜਿੰਨੀ ਵੀ ਉਗ ਰਹੀ ਹੈ ਉਹਨੂੰ ਖਤਮ ਕਰੀ ਜਾਏਗੀ। ਗੋਟ ਦਾ ਨੰਬਰ ਇਨਕਰੀਜ਼ ਹੋ ਜਾ ਰਿਹਾ ਕਿਉਂਕਿ ਇਹਨਾਂ ਨੂੰ ਕੋਈ ਖਤਮ ਕਰਨ ਵਾਲਾ ਨਹੀਂ ਹੈ। ਤੇ ਫਿਰ ਫਰਦਰ ਕੀ ਹੋਏਗਾ? ਉਹ ਏਰੀਆ ਜਿਹੜਾ ਗ੍ਰਾਸ ਲੈਂਡ ਸੀ ਉਹ ਡੈਜ਼ਰਟ 'ਚ ਹੀ ਕਨਵਰਟ ਹੋ ਜਾਏਗਾ।
ਔਰ ਕਿਹਾ ਜਾਂਦਾ ਕਿ ਇਸੇ ਤਰ੍ਹਾਂ ਦੀ ਐਕਟੀਵਿਟੀਜ਼ ਦੇ ਨਾਲ ਜੋ ਸਾਡਾ ਸਹਾਰਾ ਡੈਜ਼ਰਟ, ਰਾਜਸਥਾਨ ਡੈਜ਼ਰਟ ਵਗੈਰਾ ਜਿਹੜੇ ਬਣੇ ਹੋਏ ਨਾ, ਇਸੇ ਤਰ੍ਹਾਂ ਦੀ ਐਕਟੀਵਿਟੀਜ਼ ਕਰਕੇ ਬਣੇ ਹੋਏ ਆ। ਇੱਕ ਟਾਈਮ 'ਤੇ ਇਹ ਹੋਇਆ ਸੀ। ਇਸੇ ਤਰ੍ਹਾਂ ਜੇ ਅਸੀਂ ਗ੍ਰਾਸ ਹੀ ਰਿਮੂਵ ਕਰ ਦਾਂਗੇ, ਨਾ ਇਹ ਬਚੇਗਾ ਨਾ ਇਹ ਬਚੇਗਾ, ਇਹ ਤਾਂ ਇਹਨੂੰ ਖਾ ਜਾਏਗਾ, ਤੇ ਇਹਨੂੰ ਵੈਸੇ ਹੀ ਖਾਣ ਨੂੰ ਕੁਝ ਨਹੀਂ ਮਿਲਣਾ। ਤੇ ਇਸ ਲਈ ਇੱਕ ਫੂਡ ਚੇਨ ਦਾ ਹਰ ਟ੍ਰੋਫਿਕ ਲੈਵਲ ਨੂੰ ਸਾਨੂੰ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਟੂ ਕ੍ਰੀਏਟ ਇਕੋਲੋਜੀਕਲ ਬੈਲੈਂਸ ਇਨ ਦਾ ਨੇਚਰ। ਇਕੋਲੋਜੀ ਤੁਹਾਨੂੰ ਪਤਾ ਹੀ ਹੈ, ਰਿਲੇਸ਼ਨਸ਼ਿਪ ਬਿਟਵੀਨ ਦ ਲਿਵਿੰਗ ਐਂਡ ਨॉन ਲਿਵਿੰਗ ਐਂਡ ਅਦਰ ਐਲੀਮੈਂਟਸ ਵਿਦ ਈਚ ਅਦਰ। ਜੇ ਇਸ ਨੂੰ ਅਸੀਂ ਬੈਲੈਂਸ ਕਰਨਾ ਹੈ ਮੈਟੀਓਰੋਲੋਜੀਕਲ, ਫਿਜ਼ੀਕਲ, ਲਿਵਿੰਗ ਬੀਇੰਗਸ ਐਂਡ ਨॉन ਲਿਵਿੰਗ ਬੀਇੰਗਸ ਦੇ ਵਿੱਚ, ਤੇ ਸਾਨੂੰ ਹਰ ਟ੍ਰੋਫਿਕ ਲੈਵਲ ਨੂੰ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ। ਤੇ ਹਿਊਮਨ ਐਕਟੀਵਿਟੀਜ਼ ਐਸੀ ਹੋਣੀ ਚਾਹੀਦੀਆਂ ਜਿਹਦੇ ਨਾਲ ਕਿ ਟ੍ਰੋਫਿਕ ਲੈਵਲ ਸਾਡਾ ਖਰਾਬ ਨਾ ਹੋਏ। ਤੇ ਇਹ ਐਗਜ਼ਾਮਪਲ ਸੀ ਟੂ ਕ੍ਰੀਏਟ ਇਕੋਲੋਜੀਕਲ ਬੈਲੈਂਸ, ਕੀ ਹਿਊਮਨ ਐਕਟੀਵਿਟੀਜ਼ ਦਾ ਕੀ ਇੰਪੈਕਟ ਹੋ ਸਕਦਾ ਹੈ। ਤੇ ਇਸ ਦੇ ਵਿੱਚ ਅਸੀਂ ਚੈਪਟਰ ਇੱਥੇ, ਅਸੀਂ ਲੈਕਚਰ ਇੱਥੇ ਹੀ ਖਤਮ ਕਰਦੇ ਹਾਂ। ਤੇ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ ਕਿ ਫੂਡ ਚੇਨ ਕੀ ਚੀਜ਼ ਹੁੰਦੀ ਹੈ, ਫੂਡ ਵੈਬ ਕੀ ਚੀਜ਼ ਹੁੰਦਾ ਹੈ, ਔਰ ਇਹਨਾਂ ਦਾ ਹਿਊਮਨ ਐਕਟੀਵਿਟੀਜ਼ ਦਾ ਇਹਨਾਂ ਦੇ ਉੱਤੇ ਕੀ ਇਫੈਕਟ ਪੈਂਦਾ ਹੈ, ਇਹ ਸਾਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਥੈਂਕ ਯੂ।